ਹੈਲੋ ਟੂ एवरीवन। ਆਪਾਂ ਅੱਜ ਯੂਨਿਟ 4 ਦਾ ਚੈਪਟਰ 2 ਦੇ ਨੈਕਸਟ ਟੌਪਿਕਸ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਟੌਪਿਕ ਹੈ AC ਥਰੂ LR ਸੀਰੀਜ਼ ਸਰਕਿਟ। ਲਾਸਟ ਟਾਈਮ ਦਾ ਲੈਕਚਰ ਤੁਸੀਂ ਅੱਛੀ ਤਰ੍ਹਾਂ ਸੁਣਿਆ ਹੋਏਗਾ, ਤਾਂ ਉਹਦੇ ਵਿੱਚ ਆਪਾਂ ਸਿੰਗਲ ਸਰਕਿਟ ਐਲੀਮੈਂਟਸ ਲੈ ਰਹੇ ਸੀਗੇ। ਪਹਿਲਾਂ ਰੈਜ਼ਿਸਟੈਂਸ ਲਿਆ ਸੀਗਾ, ਫਿਰ ਇੰਡਕਟਰ ਲਿਆ ਸੀ, ਫਿਰ ਇਕੱਲਾ ਕਪੈਸਿਟਰ ਲਿਆ ਸੀ। ਹੁਣ ਆਪਾਂ ਇਹਨਾਂ ਦੇ ਕੰਬੀਨੇਸ਼ਨਸ ਲੈਣੇ ਆ। ਸਭ ਤੋਂ ਪਹਿਲਾਂ ਅਸੀਂ ਕੰਬੀਨੇਸ਼ਨ ਵਿੱਚ ਲੈ ਰਹੇ ਹੈਗੇ ਇੰਡਕਟਰ ਐਂਡ ਰੈਜ਼ਿਸਟਰ। ठीक है, ਉਹਦੇ ਵਾਸਤੇ ਅਸੀਂ ਕੀ ਕੀਤਾ, EMF ਦੀ ਵੈਲਿਊ E ਲੈ ਲਈ। ਕਰੰਟ ਇਸ ਸਰਕਿਟ ਵਿੱਚੋਂ I ਫਲੋ ਕਰ ਰਿਹਾ ਹੈ, ਠੀਕ ਹੈ। ਤੇ ਵੋਲਟੇਜ ਡ੍ਰੌਪਸ ਜਿਹੜੇ ਲੈ ਲਏ VR ਐਂਡ VL, ਉਹ ਕਿੱਥੋਂ ਵੋਲਟੇਜ ਡ੍ਰੌਪ, ਇੰਡਕਟਰ ਦੇ ਅਕਰੋਸ ਵੋਲਟੇਜ ਡ੍ਰੌਪ VL ਲੈ ਲਿਆ, ਰੈਜ਼ਿਸਟਰ ਦੇ ਅਕਰੋਸ ਵੋਲਟੇਜ ਡ੍ਰੌਪ VR ਲੈ ਲਿਆ। ਓਮਸ ਲਾਅ ਕੀ ਕਹਿੰਦਾ ਸਾਡਾ? ਓਮਸ ਲਾਅ ਸਾਨੂੰ ਦੱਸਦਾ ਕਿ potential drop is equal to current multiply by the resistance of that particular element। ਤਾਂ ਇੰਡਕਟਰ ਦਾ ਰੈਜ਼ਿਸਟੈਂਸ ਕੀ ਹੁੰਦਾ ਹੈ? ਕਾਈ ਐਲ ਦਾ ਫਾਰਮੂਲਾ ਅਸੀਂ ਪਿਛਲੇ ਲੈਕਚਰ ਵਿੱਚ ਕੀਤਾ ਹੈ, ਓਮੇਗਾ ਇੰਟੂ ਐਲ ਹੁੰਦਾ ਹੈ, ਠੀਕ ਹੈ। ਰੈਜ਼ਿਸਟਰ ਦਾ ਰੈਜ਼ਿਸਟੈਂਸ ਕਿੰਨਾ ਹੁੰਦਾ ਹੈ? ਕੈਪੀਟਲ ਆਰ, ਠੀਕ। ਹੁਣ ਜੇ AC ਫਲੋ ਕਰ ਰਿਹਾ ਹੈ ਤਾਂ ਅਸੀਂ ਇਹ ਕੀਤਾ ਹੈਗਾ, ਜੇ ਰੈਜ਼ਿਸਟਰ ਦੇ ਅਕਰੋਸ AC ਫਲੋ ਕਰਦਾ ਹੈ, ਠੀਕ ਹੈ, ਤਾਂ ਜਿਹੜਾ ਕਰੰਟ ਹੈ ਤੇ ਜਿਹੜੀ ਉਹਦੀ ਪੋਟੈਂਸ਼ੀਅਲ ਡ੍ਰੌਪ ਹੈ ਜਾਂ EMF ਹੈ, ਉਹ ਇਨ ਫੇਜ਼ ਰਹਿੰਦੇ ਆ। ਉਹਨਾਂ ਦੋਨਾਂ ਵਿੱਚ ਕੋਈ ਡਿਫਰੈਂਸ ਨਹੀਂ ਆਉਂਦਾ, ਉਹਨਾਂ ਵਿੱਚ ਫਾਈ ਐਂਗਲ ਨਹੀਂ ਹੁੰਦਾ, ਠੀਕ ਹੈ। ਪਰ ਜਦੋਂ ਇੰਡਕਟਰ ਲੱਗ ਜਾਂਦਾ ਤਾਂ ਜਿਹੜਾ ਸਾਡਾ ਵੋਲਟੇਜ ਹੈ ਉਹ ਕਰੰਟ ਨੂੰ ਲੀਡ ਕਰਨ ਲੱਗ ਜਾਂਦੀ ਹੈ ਬਾਏ ਐਨ ਐਂਗਲ ਆਫ π/2, ਠੀਕ ਹੈ। ਜਿਹੜਾ ਵੋਲਟੇਜ ਹੁੰਦੀ ਆ ਉਹ ਅੱਗੇ ਚੱਲਦੀ ਹੈ ਬਾਏ ਫਾਈ ਦਾ ਡਿਫਰੈਂਸ ਆਉਂਦਾ ਹੈ, ਪੋਜ਼ਿਟਿਵ ਫਾਈ ਦਾ ਡਿਫਰੈਂਸ ਆਉਂਦਾ ਹੈ, ਦੈਟ ਇਜ਼ π/2, ਠੀਕ ਹੈ। ਵੋਲਟੇਜ ਜਿਹੜੀ ਹੈ ਉਹ ਅੱਗੇ ਹੁੰਦੀ ਹੈ ਬਾਏ ਐਨ ਐਂਗਲ ਆਫ π/2। ਇਹ ਅਸੀਂ ਪਿਛਲੇ ਲੈਕਚਰ ਵਿੱਚ ਕੀਤਾ, ਠੀਕ ਹੈ। ਹੁਣ ਇੱਥੇ ਕਿਉਂਕਿ ਅਸੀਂ ਕਿਹੜੇ ਐਲੀਮੈਂਟ ਲੈ ਰਹੇ ਹਾਂ, ਅਸੀਂ ਇੱਕ ਇੰਡਕਟਰ ਲੈ ਰਹੇ ਹਾਂ ਤੇ ਨਾਲੇ ਰੈਜ਼ਿਸਟੈਂਸ ਲੈ ਰਹੇ ਹਾਂ, ਠੀਕ ਹੈ। ਤਾਂ ਕੀ ਹੋਏਗਾ ਕਿ ਰੈਜ਼ਿਸਟਰ ਕਰਕੇ ਤਾਂ ਕੋਈ ਵੀ ਉਹ ਫਾਈ ਦਾ ਕੋਈ ਵੈਲਿਊ ਨਹੀਂ ਹੋਏਗੀ, ਪਰ ਇੰਡਕਟਰ ਕਰਕੇ ਫਾਈ ਦੀ ਵੈਲਿਊ π/2 ਹੋਏਗੀ, ਠੀਕ ਹੈ। ਤਾਂ ਸਾਡੇ ਕੋਲ ਇਨ ਦੀ ਐਂਡ ਫਾਈ ਜਿਹੜਾ ਹੈ, ਬਿਕੋਜ਼ ਆਫ ਇੰਡਕਟਰ ਕੁਝ ਹੋਰ ਹੋਏਗਾ, ਬਿਕੋਜ਼ ਆਫ ਰੈਜ਼ਿਸਟਰ ਕੁਝ ਹੋਰ ਹੋਏਗਾ, ਤਾਂ ਅਸੀਂ ਉਹਨੂੰ ਫੇਜ਼ਰ ਡਾਇਗਰਾਮ ਵਿੱਚ ਰਿਪਰੈਜ਼ੈਂਟ ਕਰਦੇ ਹਾਂ, ਠੀਕ ਹੈ। ਬੇਟਾ ਜਦੋਂ ਤੁਸੀਂ ਇਹ ਕੰਬੀਨੇਸ਼ਨਸ ਲੈਂਦੇ ਹੋ ਨਾ, ਤਾਂ ਤੁਹਾਡੇ ਫੇਜ਼ਰ ਡਾਇਗਰਾਮ ਕਾਫੀ ਇੰਪੋਰਟੈਂਟ ਹੋ ਜਾਂਦਾ ਹੈ, ਪਲੀਜ਼ ਚੰਗੀ ਤਰ੍ਹਾਂ ਸਮਝਿਓ, ਠੀਕ ਹੈ। ਪਹਿਲਾਂ ਅਸੀਂ ਫੇਜ਼ਰ ਡਾਇਗਰਾਮ ਵਿੱਚ ਕਿਵੇਂ ਬਣਾਉਣਾ ਹੁੰਦਾ ਹੈ, ਐਕਸ ਐਕਸਿਸ ਐਂਡ ਵਾਈ ਐਕਸਿਸ, ਠੀਕ ਹੈ। ਹੁਣ ਅਸੀਂ ਲੈ ਲਿਆ ਕਿ ਕਰੰਟ, ਪਹਿਲਾਂ ਅਸੀਂ ਸਭ ਤੋਂ ਪਹਿਲਾਂ ਕਰੰਟ ਲਵਾਂਗੇ। ਕਰੰਟ ਕੀ ਹੋਏਗਾ ਸਾਡਾ, ਆਹ ਵਾਲੀ ਡਾਇਗਰਾਮ ਵਿੱਚ ਦੇਖ ਲੈਂਦੇ ਹਾਂ। ਅਸੀਂ ਕਰੰਟ ਨੂੰ ਰਿਪਰੈਜ਼ੈਂਟ ਕਰ ਲਿਆ I, ਆਹ ਸੀਗਾ ਸਾਡਾ ਕਰੰਟ, ਇੱਕ ਸੈਕਿੰਡ। ਤਾਂ ਸਾਡਾ ਕਰੰਟ ਆਹ ਰਿਪਰੈਜ਼ੈਂਟ ਹੋ ਗਿਆ, ਠੀਕ ਹੈ। ਇਹ ਸਾਡਾ ਕਰੰਟ ਹੈ I, ਠੀਕ। ਹੁਣ ਅੱਗੇ ਅਸੀਂ ਰਿਪਰੈਜ਼ੈਂਟ ਕਰਨਾ ਹੈ ਵੋਲਟੇਜਸ ਜਿਹੜੀਆਂ ਡ੍ਰੌਪ ਹੋ ਰਹੀਆਂ ਨੇ, ਠੀਕ ਹੈ ਜੀ। ਉਹ ਵੋਲਟੇਜਸ ਕਿਵੇਂ ਡ੍ਰੌਪ ਹੋ ਰਹੀਆਂ? ਸਭ ਤੋਂ ਪਹਿਲਾਂ ਅਸੀਂ ਵੋਲਟੇਜ ਡ੍ਰੌਪ ਦੇਖ ਰਹੇ ਹਾਂ ਰੈਜ਼ਿਸਟਰ ਦੇ ਅਕਰੋਸ। ਰੈਜ਼ਿਸਟਰ ਦੇ ਅਕਰੋਸ ਜਦੋਂ ਅਸੀਂ ਵੋਲਟੇਜ ਡ੍ਰੌਪ ਦੇਖਦੇ ਹਾਂ ਤਾਂ ਉਹ ਵੋਲਟੇਜ ਡ੍ਰੌਪ ਜਿਹੜੀ ਹੈ, ਵੋਲਟੇਜ ਤੇ ਕਰੰਟ ਜਿਹੜਾ ਹੈ ਉਹ ਇੱਕ ਦੂਜੇ ਨੂੰ ਬਿਲਕੁਲ ਲੈਗ ਨਹੀਂ ਕਰ ਰਿਹਾ, ਇੱਕ ਦੂਜੇ ਤੋਂ ਲੀਡ ਨਹੀਂ ਕਰ ਰਿਹਾ। ਫੇਜ਼ ਐਂਗਲ 0 ਹੈਗਾ ਤਾਂ ਸਾਡਾ ਵੋਲਟੇਜ ਡ੍ਰੌਪ ਅਕਰੋਸ ਰੈਜ਼ਿਸਟਰ ਜਿਹੜਾ ਹੈ ਉਹ ਕਰੰਟ ਦੇ ਨਾਲ ਹੀ ਰਹੇਗਾ, ਇਕੱਠੇ ਰਹਿਣਗੇ। ਅਸੀਂ ਇਹ ਪਿਛਲੇ ਲੈਕਚਰ ਵਿੱਚ ਵੀ ਕੀਤਾ, ਤਾਂ ਦੋਨੋਂ ਚੀਜ਼ਾਂ ਇੱਕੋ ਹੀ ਲਾਈਨ ਦੇ ਉੱਪਰ ਆ ਗਈਆਂ, ਅਸੀਂ ਉਹਨਾਂ ਨੂੰ ਐਕਸ ਐਕਸਿਸ ਵਿੱਚ ਰਿਪਰੈਜ਼ੈਂਟ ਕਰ ਲਿਆ, ਠੀਕ ਹੈ। ਹੁਣ ਇੰਡਕਟਰ ਦੇ ਕੇਸ ਵਿੱਚ ਕੀ ਹੋਏਗਾ, ਜਿਹੜੀ ਸਾਡੀ ਵੋਲਟੇਜ ਹੈ ਉਹ ਕਰੰਟ ਤੋਂ ਅੱਗੇ ਚੱਲ ਰਹੀ ਹੈ, ਠੀਕ ਹੈ, ਬਾਏ ਐਨ ਐਂਗਲ ਆਫ π/2। ਤਾਂ ਅਸੀਂ ਕੀ ਕੀਤੀ, ਵੋਲਟੇਜ ਜਿਹੜੀ ਹੈ ਇੰਡਕਟਰ ਤੇ π/2 ਦੇ ਡਿਫਰੈਂਸ ਨਾਲ ਚੱਲ ਰਹੀ ਹੈ, ਆਹ ਸਾਡਾ ਐਂਗਲ π/2 ਹੈ। ਕਰੰਟ ਇੱਥੇ ਹੈ ਤਾਂ ਇਹਦੋਂ ਅੱਗੇ ਜਿਹੜਾ π/2 ਐਂਗਲ ਹੋਏਗਾ ਉਹ ਇੱਥੇ ਜਾ ਕੇ ਆ ਜਾਏਗਾ, ਸਾਡਾ ਵਾਈ ਐਕਸਿਸ ਤੇ ਰਿਪਰੈਜ਼ੈਂਟ ਹੋ ਗਿਆ। ਇਹ ਸਾਡਾ ਵੋਲਟੇਜ ਅਕਰੋਸ ਇੰਡਕਟਰ ਰਿਪਰੈਜ਼ੈਂਟ ਹੋ ਗਈ। ਹੁਣ ਇਹਨਾਂ ਦੋਨਾਂ ਦੇ ਕਰਕੇ ਜਿਹੜੀ ਵੋਲਟੇਜ ਹੈ, ਠੀਕ ਹੈ, ਇਹ ਕਿਉਂਕਿ ਹੁਣ ਇੱਥੇ ਕਿਵੇਂ ਰਿਪਰੈਜ਼ੈਂਟ ਹੋ ਗਏ ਵੈਕਟਰ ਵਿੱਚ, ਤਾਂ ਇਹਨਾਂ ਦੋਨਾਂ ਵੈਕਟਰਸ ਦੇ ਕਰਕੇ ਰਿਜ਼ਲਟੈਂਟ ਕਿਵੇਂ ਨਿਕਲੇਗਾ, ਬਾਈ ਪੈਰਲੈਲੋਗ੍ਰਾਮ ਲਾਅ ਨਾਲ ਨਿਕਲ ਸਕਦਾ ਹੈ। ਉਹ ਕੀ ਹੋਏਗਾ ਸਾਡਾ E, ਠੀਕ ਹੈ, ਨੈਟ ਰਿਜ਼ਲਟੈਂਟ ਜੋ ਹੋਏਗਾ, ਠੀਕ ਹੈ। ਹੁਣ ਇਹ ਜਿਹੜਾ ਨੈਟ ਰਿਜ਼ਲਟੈਂਟ ਹੈ ਉਹ ਐਂਗਲ ਜੋ ਬਣਾ ਰਿਹਾ ਹੈ ਉਹ ਮੰਨ ਲਿਆ ਅਸੀਂ ਉਹ ਐਂਗਲ ਕਿੰਨਾ ਹੈ, ਫਾਈ, ਠੀਕ ਹੈ। ਐਵੇਂ ਕਰਕੇ ਡਾਇਗਰਾਮ ਬਣ ਗਈ, ਠੀਕ ਹੈ ਜੀ। ਹੁਣ ਅਸੀਂ ਡਾਇਗਰਾਮ ਨੂੰ ਨੇਮ ਵੀ ਕਰ ਲਿਆ, OA, OB ਐਂਡ OC। ਉਹ ਅਸੀਂ ਇੱਥੇ ਲਿਖਣਾ ਹੈ। ਕੀ ਹੋ ਰਿਹਾ ਹੈ,
OA ਤੇ OB ਕੀ ਰਿਪਰੈਜ਼ੈਂਟ ਕਰ ਰਹੇ ਆ? ਫੇਜ਼ਰਸ VR ਤੇ VL। ਠੀਕ। OC ਕੀ ਹੋਏਗਾ? ਰਿਜ਼ਲਟੈਂਟ ਆਫ OA ਐਂਡ OB। ਠੀਕ ਹੈ, ਜਿਹਨੂੰ ਅਸੀਂ E ਕਹਿ ਲਿਆ। ਠੀਕ ਹੈ ਜੀ। ਹੁਣ ਸਾਡੇ ਕੋਲੇ ਬੇਟਾ ਇੱਥੇ ਇੱਕ ਪੈਰਲੈਲੋਗ੍ਰਾਮ ਬਣ ਗਿਆ, ਉਹਦਾ ਜਿਹੜੇ ਵਿੱਚ ਇਹਨਾਂ ਦੇ ਵਿੱਚ ਐਂਗਲ ਬਣ ਰਿਹਾ ਉਹ ਵੀ ਦੇਖੋ 90 ਡਿਗਰੀਜ਼ ਬਣ ਰਿਹਾ, ਮਤਲਬ ਯਾਰ ਇਹ ਰੈਕਟੈਂਗਲ ਬਣੇਗਾ। ਠੀਕ ਹੈ, ਤਾਂ ਸਾਡੇ ਕੋਲੇ ਇੱਥੇ ਵੀ ਆਹ ਐਂਗਲ ਕਿੰਨਾ ਆ ਗਿਆ? 90 ਡਿਗਰੀਜ਼। ਤਾਂ ਸਾਡੇ ਕੋਲੇ ਇੱਥੇ ਇੱਕ ਰਾਈਟ ਐਂਗਲ ਟਰਾਇੰਗਲ ਬਣ ਰਹੀ ਹੈ। ਰਾਈਟ ਐਂਗਲ ਟਰਾਇੰਗਲ ਬਣਨ ਦਾ ਮਤਲਬ ਹੈ ਅਸੀਂ ਵਧੀਆ ਪਾਈਥਾਗੋਰਸ ਥਿਓਰਮ ਲਗਾ ਸਕਦੇ ਹਾਂ, ਸਾਈਨ ਕੋਸ ਸਾਰੀਆਂ ਚੀਜ਼ਾਂ ਯੂਜ਼ ਕਰ ਸਕਦੇ ਹਾਂ। ਠੀਕ, ਹੁਣ ਅਸੀਂ ਜੇ ਰਿਜ਼ਲਟੈਂਟ ਕੱਢਣਾ ਹੈ, ਠੀਕ ਹੈ, ਐਵੇਂ ਕਰਕੇ ਰਾਈਟ ਐਂਗਲ ਟਰਾਇੰਗਲ ਬਣ ਰਹੀ ਹੈ। ਠੀਕ ਹੈ ਜੀ, ਤਾਂ ਫਿਰ ਸਾਡਾ ਰਿਜ਼ਲਟੈਂਟ ਜਿਹੜਾ ਹੈ ਉਹ OC ਹੈ। ਕਿਹਦੇ ਇਕੁਅਲ ਹੋਏਗਾ? ਪਾਈਥਾਗੋਰਸ ਥਿਓਰਮ ਲਗਾਈ, ਤਾਂ ਇੱਥੇ ਤੁਸੀਂ ਲਿਖਣਾ ਹੈ ਬਾਏ ਪਾਈਥਾਗੋਰਸ ਥਿਓਰਮ। ਪਾਈਥਾਗੋਰਸ ਥਿਓਰਮ ਕੀ ਕਹਿੰਦੀ ਹੈਗੀ ਕਿ ਜਿਹੜਾ ਤੁਹਾਡਾ ਹਾਈਪੋਟੇਨਿਊਜ਼ ਦਾ ਸਕੁਆਇਰ ਹੈ ਦੈਟ ਇਜ਼ ਇਕੁਅਲ ਟੂ ਸਮ ਆਫ ਬੋਥ ਦੀ ਸਾਈਡਸ। ਠੀਕ ਹੈ, ਤਾਂ ਉਹ ਸਾਈਡਸ ਕਿਹੜੀਆਂ ਨੇ? OA ਪਲਸ OC। ਤਾਂ ਅਸੀਂ ਉਹਨੂੰ ਸਿੰਪਲੀਫਾਈ ਕਰ ਲਿਆ, ਤਾਂ ਸਾਡੇ ਕੋਲੇ E ਦੀ ਵੈਲਿਊ ਕੀ ਆ ਗਈ? √VR ਸਕੁਆਇਰ ਪਲਸ VL ਸਕੁਆਇਰ। ਹੁਣ ਓਮਸ ਲਾਅ ਲਗਾਇਆ ਸੀਗਾ ਅਸੀਂ ਪਹਿਲਾਂ, ਤਾਂ ਸਾਡੇ ਕੋਲੇ ਵੋਲਟੇਜ ਅਕਰੋਸ ਰਜਿਸਟਰ ਕੀ ਹੋਈ? I × R, ਤੇ ਵੋਲਟੇਜ ਅਕਰੋਸ ਇੰਡਕਟਰ ਕੀ ਹੋਈ? I × KL। KL ਕੀ ਹੈ? ਸਾਡਾ ਰੈਜ਼ਿਸਟੈਂਸ ਬਿਕੋਜ਼ ਆਫ ਇੰਡਕਟਰ। ਤਾਂ ਅਸੀਂ ਇੱਥੋਂ I ਸਕੁਆਇਰ ਜਿਹੜਾ ਕਾਮਨ ਕੱਢ ਕੇ I ਨੂੰ ਬਾਹਰ ਕੱਢ ਸਕਦੇ ਹਾਂ। ਠੀਕ ਹੈ, ਤਾਂ ਸਾਡੇ ਕੋਲੇ ਸਿੰਪਲੀਫਾਈ ਕਰਕੇ ਇਕੁਏਸ਼ਨ ਕੀ ਆ ਗਈ? ਕਰੰਟ ਦੀ I = E ਡਿਵਾਈਡਡ ਬਾਏ √R ਸਕੁਆਇਰ ਪਲਸ KL ਸਕੁਆਇਰ। ਹੁਣ ਜਦੋਂ ਅਸੀਂ ਓਮਸ ਲਾਅ ਕਰਦੇ ਹਾਂ ਤਾਂ ਓਮਸ ਲਾਅ ਨੂੰ ਸਿੰਪਲੀਫਾਈ ਕਰਕੇ ਜੇ ਅਸੀਂ ਲਿਖਣੀਆਂ ਚਾਹੀਏ ਤਾਂ ਉਹ ਕੀ ਹੁੰਦਾ? V/R। ਤਾਂ ਥੱਲੇ ਜਿਹੜੇ ਹੈ ਕੀ ਆਉਂਦਾ? ਇੱਥੇ ਉੱਪਰ ਵੋਲਟੇਜ ਆ ਗਈ, ਥੱਲੇ ਰੈਜ਼ਿਸਟੈਂਸ ਆ ਗਈ। ਠੀਕ ਹੈ, ਤਾਂ ਜਿਹੜਾ ਆਹ ਥੱਲੇ ਆ ਬਣਿਆ, ਜੋ ਆ ਫੈਕਟਰ ਬਣਿਆ √ ਵਿੱਚ, ਇਹ ਰੈਜ਼ਿਸਟੈਂਸ ਬਣੀ, ਪਰ ਅਸੀਂ ਇੱਥੇ ਦੋ ਐਲੀਮੈਂਟਸ ਕੰਸੀਡਰ ਕਰ ਰਹੇ ਹਾਂ, ਤਾਂ ਅਸੀਂ ਉਹਨੂੰ ਇੰਪੀਡੈਂਸ ਕਹਿਣਾ ਸਟਾਰਟ ਕਰ ਦਿੰਦੇ ਹਾਂ। ਠੀਕ ਹੈ, ਤਾਂ ਇਹ ਇੰਪੀਡੈਂਸ ਹੋ ਗਈ LR ਸਰਕਿਟ ਦੀ। ਕਿੰਨੀ ਹੋਈ? Z ਕਹਿ ਲੈਂਦੇ ਹਾਂ ਅਸੀਂ ਇਹਨੂੰ। ਠੀਕ ਹੈ, Z = √R ਸਕੁਆਇਰ ਪਲਸ KL ਸਕੁਆਇਰ। KL ਦੀ ਵੈਲਿਊ ਕੀ ਹੁੰਦੀ ਆ? ω × L। ਉਹ ਵੈਲਿਊ ਪੁੱਟ ਕਰ ਲਈ ਤਾਂ ਸਾਡੇ ਕੋਲੇ Z ਦੀ ਵੈਲਿਊ ਆ ਗਈ, ਸਾਡੇ ਕੋਲੇ ਫਾਰਮੂਲਾ ਆ ਗਿਆ। ਠੀਕ ਹੈ, ਹੁਣ ਉੱਪਰ ਅਸੀਂ ਐਂਗਲ ਬਣਾ ਲਿਆ ਸੀਗਾ, ਆਹ ਐਂਗਲ φ ਹੈ। ਠੀਕ, ਜਦੋਂ ਅਸੀਂ ਇੱਥੇ ਫੇਜ਼ਰ ਡਾਇਗਰਾਮ ਬਣਾਈ ਸੀ φ ਐਂਗਲ। ਠੀਕ ਹੈ ਜੀ, ਤਾਂ ਅਸੀਂ ਹੁਣ ਇਹਦਾ tan of φ ਕਰਨਾ ਹੋਵੇ ਤਾਂ ਕੀ ਹੋਏਗਾ? OA ਡਿਵਾਈਡਡ ਬਾਏ OC ਡਿਵਾਈਡਡ ਬਾਏ OA। ਠੀਕ, ਤਾਂ ਅਸੀਂ ਉਹੀ ਲਿਖ ਲਿਆ VL ਡਿਵਾਈਡਡ ਬਾਏ VR। ਤਾਂ VL ਕੀ ਹੁੰਦਾ? I × KL। VR ਕੀ ਹੁੰਦਾ? I × R। I ਕੈਂਸਲ ਹੋ ਗਏ, ਤਾਂ ਸਾਡੇ ਕੋਲੇ tan of φ ਦੀ ਵੈਲਿਊ ਕੀ ਆ ਗਈ? ω/L ਡਿਵਾਈਡਡ ਬਾਏ R। ਇਹ ਕਾਹਦੇ ਵਾਸਤੇ ਕੱਢੀ ਹੈ? ਤਾਂ ਕਿ ਅਸੀਂ ਐਂਗਲ ਕੱਢ ਲਈਏ। ਐਂਗਲ ਕਾਹਦੇ ਵਾਸਤੇ ਹੁੰਦਾ? ਵੈਕਟਰ ਵਿੱਚੋਂ ਕੱਢਣਾ ਜ਼ਰੂਰੀ ਹੁੰਦਾ ਹੈਗਾ ਤਾਂ ਕਿ ਉਹ ਸਾਨੂੰ ਡਾਇਰੈਕਸ਼ਨ ਦੱਸ ਦੇ। ਠੀਕ ਹੈ, ਤਾਂ ਜਿਹੜਾ ਰਿਜ਼ਲਟੈਂਟ ਨਿਕਲਿਆ ਹੈਗਾ ਇਸ ਸਰਕਿਟ ਦੇ ਕਰਕੇ, ਉਹਦੀ ਇੰਪੀਡੈਂਸ ਕਿੰਨੀ ਹੋਈ? ਉਹ ਆਹ ਫਾਰਮੂਲਾ ਪਤਾ ਲੱਗ ਗਿਆ, ਤੇ ਉਹਦਾ ਐਂਗਲ ਕਿੰਨਾ ਹੈ? ਉਹ tan φ ਨਾਲ ਪਤਾ ਲੱਗ ਗਿਆ। ਠੀਕ ਹੈ ਜੀ, ਹੁਣ ਨੈਕਸਟ ਅਸੀਂ ਕਰਨਾ ਹੈ ਕਿ ਅਸੀਂ AC ਸਪਲਾਈ ਜਿਹੜੀ ਹੈ ਦੋ ਹੋਰ ਐਲੀਮੈਂਟਸ ਲੈ ਲਏ, ਉਹ ਹੈ C ਤੇ R। C ਤੇ R ਮਤਲਬ ਕਪੈਸਿਟਰ ਤੇ ਰਜਿਸਟਰ। ਠੀਕ ਹੈ, ਉਹੀ ਤਰੀਕਾ ਦੁਬਾਰਾ E ਤੇ I ਅਸੀਂ ਕੀ ਲੈ ਲਏ? ਇੰਸਟੈਂਟੇਨੀਅਸ EMF ਦੀ ਵੈਲਿਊ ਤੇ ਕਰੰਟ ਦੀ ਵੈਲਿਊ। ਠੀਕ ਹੈ, VC ਐਂਡ VR ਕੀ ਹੈ? ਪੋਟੈਂਸ਼ੀਅਲ ਡ੍ਰੌਪਸ ਅਕਰੋਸ ਕਪੈਸਿਟਰ ਤੇ ਰਜਿਸਟਰ। ਹੁਣ ਅਸੀਂ ਉਹੀ ਓਮਸ ਲਾਅ ਲਗਾਇਆ। ਠੀਕ ਹੈ, ਕਪੈਸਿਟਰ ਦੇ ਅਕਰੋਸ ਜਿਹੜਾ ਹੈ ਉਹ ਕੀ ਹੋ ਗਿਆ? I × KC, ਤੇ ਰਜਿਸਟਰ ਦੇ ਅਕਰੋਸ I × R। ਫੇਜ਼ਰ ਡਾਇਗਰਾਮ ਕਿਵੇਂ ਬਣੇਗੀ? ਜੇ ਅਸੀਂ ਇਕੱਲਾ ਰਜਿਸਟਰ ਲਾਇਆ ਸੀਗਾ ਤਾਂ ਜਿਹੜੀ ਡਾਇਰੈਕਸ਼ਨ ਵਿੱਚ I ਹੈ ਉਸੇ ਡਾਇਰੈਕਸ਼ਨ ਵਿੱਚ ਉਹਦੀ ਵੋਲਟੇਜ। ਠੀਕ ਹੈ, ਕਪੈਸਿਟਰ ਲੱਗਿਆ ਹੈ ਤਾਂ ਜਿਹੜਾ ਸਾਡਾ ਵੋਲਟੇਜ ਹੈ ਉਹ ਲੈਗ ਕਰ ਰਿਹਾ ਹੋਏਗਾ, ਪਿੱਛੇ ਚੱਲ ਰਿਹਾ ਹੋਏਗਾ ਬਾਏ ਐਨ ਐਂਗਲ ਆਫ π/2, ਤਾਂ ਅਸੀਂ ਉਹ ਐਂਗਲ π/2 ਪਿੱਛੇ ਚਲੇ ਗਏ। ਠੀਕ ਹੈ, ਬਾਏ ਪੈਰਲੈਲੋਗ੍ਰਾਮ ਲਾਅ ਅਸੀਂ ਕੀ ਕੱਢਣਾ? ਇਹਨਾਂ ਦੋਨਾਂ ਦਾ ਪੋਟੈਂਸ਼ੀਅਲਸ ਦਾ ਇੱਕ ਰਿਜ਼ਲਟੈਂਟ ਕੱਢਣਾ। ਉਹ ਸਾਡਾ ਰਿਜ਼ਲਟੈਂਟ ਆ ਗਿਆ ਆਹ E। ਠੀਕ ਹੈ, ਆਹ ਸਾਡਾ ਐਂਗਲ ਆ ਗਿਆ φ। ਠੀਕ ਹੈ, ਆਹ ਸਾਡਾ ਐਂਗਲ ਆ ਗਿਆ π/2। ਆਹ ਸਾਡਾ VC ਆ ਗਿਆ, ਆਹ ਸਾਡਾ VR ਹੈ। ਤਾਂ ਅਸੀਂ ਕੀ ਕੀਤਾ? ਪਾਈਥਾਗੋਰਸ ਥਿਓਰਮ ਲਗਾਈ। OC = √OA ਦਾ ਸਕੁਆਇਰ ਪਲਸ AC ਦਾ ਸਕੁਆਇਰ। ਠੀਕ, ਤਾਂ ਸਾਡੇ ਕੋਲੇ EMF ਦੀ ਵੈਲਿਊ ਆ ਗਈ ਬਿਲਕੁਲ ਪਿਛਲੇ ਵਾਰੀ ਵਾਂਗੂ
ਸਾਰੀ ਡੈਰੀਵੇਸ਼ਨ ਨੂੰ ਕਰਕੇ E ਇਜ਼ ਇਕੁਅਲ ਟੂ ਆਈ ਅੰਡਰ ਰੂਟ ਆਰ ਸਕੁਆਇਰ ਪਲਸ ਕਾਏ ਸੀ ਸਕੁਆਇਰ। ਤਾਂ ਇੱਥੋਂ ਵੀ ਅਸੀਂ ਹੁਣ ਇੱਥੇ ਇੰਪੀਡੈਂਸ ਕੱਢਣੀ ਹੈਗੀ ਤਾਂ ਇੰਪੀਡੈਂਸ ਆਹ ਨੀਚੇ ਵਾਲੇ ਜਿਹੜਾ ਸਾਡੇ ਕੋਲੇ डिनोमीनेटर आ रहा है I इज इक्वल टू E डिवाइडेड बाय आर स्क्वायर प्लस काए सी स्क्वायर। काए सी की वैल्यू कितनी होंगी है 1 अपॉन ओमेगा सी। ठीक है जी, तो इत्थों साडे कोले इंपीडेंस जिहड़ी है वो आ गई आर स्क्वायर प्लस 1 अपॉन ओमेगा स्क्वायर सी स्क्वायर दा फुल दा अंडर रूट। दिस इज इंपीडेंस ड्यू टू सर्किट जिहदे विच रजिस्टर लग्या होया ते कैपेसिटर लग्या होया। उस तरीके नाल पिछली बार जिवें असीं tan phi की वैल्यू कड्ढी सीगी इत्थे भी tan phi की वैल्यू कड्ढी, करंट जिहड़े आ वो कैंसल हो जाते हैं। ठीक है, तो साडे कोले tan phi की वैल्यू आ गई इत्थे। ठीक है, हुण अगे जिहड़ा असीं करना है वो है जे असीं तीनों चीज़ां लगा दईए सर्किट विच, LCR सीरीज सर्किट पूरा का पूरा लै लीए। ठीक है, इंडक्टर भी लगा लिया, कैपेसिटर भी लगा लिया ते रजिस्टर भी लगा लिया। ठीक है जी, हुण इत्थे असीं ओम्स लॉ लगाया VL इज इक्वल टू आई काई एल, VC इज इक्वल टू आई काई सी, VR इज इक्वल टू IR। इंपॉर्टेंट चीज़ की है, सानू पहला फेजर डायग्राम बनानी आनी चाहिए है। फेजर डायग्राम विच की कीता, पहला असीं रजिस्टर लगाया। ठीक है, रजिस्टर वास्ते करंट जिहड़ा है वो एक्स एक्सिस विच रिप्रजेंट कर लिया। रजिस्टर दे करके कोई भी वोल्टेज जिहड़ा है वो एंगल फाई नहीं चेंज कर रहा है तो उस डायरैक्शन विच साडा वोल्टेज बिकॉज ऑफ रजिस्टेंस। हुण साडे इंडक्टर दे करके जिहड़ी साडी वोल्टेज है वो π/2 अगे चल रही है, वो आ गई इत्थे। ठीक, कैपेसिटर करके π/2 बैक लैग कर रही हैगी तो वो इत्थे रिप्रजेंट हो गया। हुण इत्थे की हो रहा हैगा कि अपवर्ड डायरैक्शन एंड डाउनवर्ड डायरैक्शन दे एंगल नाल बन रहे हैं ये वोल्टेजेस। पहला असीं की कीता वोल्टेज ड्यू टू L एंड वोल्टेज ड्यू टू C इन्हां दोनों का ही एक रिजल्टेंट कढ़ लिया। ठीक है, तो ये दोनों विच की होएगा क्योंकि ऑपोजिट डायरैक्शन विच एक्ट कर रहे हैं, एक उपर नूं जा रहा है एक नीचे नूं जा रहा है, तो की हुंदे वैक्टर्स एक दूजे नूं माइनस कर दिंदे हैं। नैट रिजल्टेंट असीं इसे डायरैक्शन विच शो कर लिया। ये नैट रिजल्टेंट नीचे वाली डायरैक्शन भी शो हो सकता है, डिपेंड करता है कि मैगनीट्यूड किहदा ज़्यादा है। ठीक है, वोल्टेज कैपेसिटर के अक्रॉस ज़्यादा मैगनीट्यूड च है कि पोटेंशियल ड्रॉप इंडक्टर के अक्रॉस ज़्यादा हो रहा है। ठीक है, तो असीं लै लिया भी इंडक्टर के अक्रॉस ज़्यादा हो रहा है, इस करके असीं इस डायरैक्शन विच लै लिया। तो साडे कोल इत्थे रिजल्टेंट बिकॉज ऑफ वोल्टेज ऑफ इंडक्टर एंड वोल्टेज अक्रॉस कैपेसिटर ते की आ गई VL माइनस VC। हुण आ साडे कोल एक वैक्टर हो गया, साडे कोल दूसरा वैक्टर हो गया VR। तो इन्हां दोनों का रिजल्टेंट की है आह E हो गया। ठीक है, एंगल कितना बना रहा है ये फाई एंगल बना रहा है। हुण असीं पिछली बार वांगू ही की करना हैगा ओ E की वैल्यू फाइंड करना चाहते हैं। तो आ की है साडे कोले जिहड़ा AE है ये कितना आ रहा है VL माइनस VC। पाइथागोरस थ्योरम लगाई OE इज इक्वल टू अंडर रूट OA प्लस AE स्क्वायर। ठीक है, तो वो वैल्यूज पुट करतियाँ OA कितना है VR, AE कितना है VL माइनस VC। सारियां दियां ओम्स लॉ वालियां ओम्स लॉ लगा के वैल्यूज पुट कीतियां तो करंट जिहड़ा है वो कॉमन आ गया, बाहर आ गया। तो साडे कोले करंट इज इक्वल टू EMF डिवाइडेड बाय इंपीडेंस आ गई। इत्थे इंपीडेंस जिहड़ी है वो बिकॉज ऑफ ऑल दी एलीमेंट्स, रजिस्टर भी लगाया होया असी, इंडक्टर भी लगाया होया असी, कैपेसिटर भी लगाया होया, पर देखो कि इत्थे माइनस साइन आ रहा है इंडक्टर ते कैपेसिटर दे विच। ठीक है, तो साडे कोल इत्थे इंपीडेंस कितना आ रहा है Z इज इक्वल टू अंडर रूट R स्क्वायर प्लस ब्रैकेट काए L स्क्वायर माइनस काए C, सॉरी स्क्वायर नहीं आना बेटा इत्थे, काए L माइनस काए C होल दा स्क्वायर। ठीक है, ये इंपीडेंस आएगी जो असी तीनों दे तीनों कंपोनेंट्स लगाए होंगे एक सर्किट विच अक्रॉस AC। ठीक, ये साडे कोले इंपीडेंस आ गई। इनू असी सिंपलीफाई कर जो असी काए L ते काए C की वैल्यू भी पुट कर देंगे ओमेगा L माइनस 1 अपन ओमेगा C। ठीक है, ये असी क्यों पुट कर रहे हैं बेटा ये अगे पता लगेगा। ठीक है, अगे असी कढ़ लिया एंगल जोड़ा भी रिजल्टेंट का एंगल बन रहा है वो कढ़ लिया VL माइनस VC डिवाइडेड बाय VR। ठीक है, इत्थे आई कैंसल हो गए तो साडे कोले tan ऑफ फाई की वैल्यू आ गई। हुण असी कुछ केसेस करने हैं। पहला केस की है कि जे ओमेगा L जिहड़ा है
ਉਹ 1/ω ਤੋਂ ਜ਼ਿਆਦਾ ਹੋਏਗਾ ਤਾਂ ਸਾਡਾ tan phi ਕੀ ਹੈ ਉਹ ਪੋਜ਼ਿਟਿਵ ਹੋਏਗਾ। ਇਹਦਾ ਮਤਲਬ ਜਿਹੜਾ ਐਂਗਲ ਹੈ ਉਹ 0 ਤੋਂ π/2 ਦੇ ਵਿੱਚ ਲਾਏ ਕਰੇਗਾ। ਠੀਕ। ਦੂਸਰਾ ਕੇਸ ਕੀ ਹੈ ਕਿ ω_L ਜਿਹੜਾ ਹੈ ਉਹ ਘਟ ਗਿਆ ω_c ਤੋਂ, ਤਾਂ ਜਿਹੜਾ tan of phi ਹੈ ਉਹ ਨੈਗੇਟਿਵ ਹੋ ਜਾਏਗਾ, ਤਾਂ ਉਹ 0 ਤੋਂ -π/2 ਦੇ ਵਿੱਚ ਲਾਏ ਕਰੇਗਾ, ਮਤਲਬ ਫੋਰਥ ਕੁਆਡਰੈਂਟ ਵਿੱਚ। ਉੱਪਰ ਵਾਲੇ ਕੇਸ ਵਿੱਚ ਫਸਟ ਕੁਆਡਰੈਂਟ ਵਿੱਚ ਚਲਾ ਗਿਆ। ਠੀਕ ਹੈ, ਇਹਦੇ ਵਿੱਚ ਕੀ ਹੋਇਆ, ਇਹ ਫੋਰਥ ਕੁਆਡਰੈਂਟ ਚਲਾ ਗਿਆ। ਲਾਸਟ ਕੇਸ ਕੀ ਆ ਰਿਹਾ ਹੈਗਾ, ਮੰਨ ਲਓ ਵੀ ਇਹ ਦੋਨੋਂ ਚੀਜ਼ਾਂ ਇਕੁਅਲ ਹੋ ਗਈਆਂ, ਫਿਰ ਕੀ ਹੋਏਗਾ, tan phi ਕੀ ਹੋਏਗਾ 0, ਤਾਂ phi ਐਂਗਲ 0। ਇਹਦਾ ਮਤਲਬ ਕੋਈ ਫੇਜ਼ ਡਿਫਰੈਂਸ ਨਹੀਂ ਹੈ। ਜੇ ਕੋਈ ਫੇਜ਼ ਡਿਫਰੈਂਸ ਨਹੀਂ ਹੋਏਗਾ ਤਾਂ ω_L ਇਜ਼ ਇਕੁਅਲ ਟੂ 1/ω_c ਹੋ ਰਿਹਾ, ਤਾਂ ਸਾਡਾ ਜਿਹੜਾ ਇੰਪੀਡੈਂਸ ਹੈ ਉਹ ਰੈਜ਼ਿਸਟੈਂਸ ਦੇ ਵੈਲਿਊ ਦੇ ਇਕੁਅਲ ਹੀ ਹੋ ਜਾਂਦਾ ਹੈ। ਜਿੰਨਾ ਰੈਜ਼ਿਸਟਰ ਦਾ ਰੈਜ਼ਿਸਟੈਂਸ ਹੈ ਉਹਦੇ ਵੈਲਿਊ ਦੇ ਇਕੁਅਲ ਹੀ ਹੋ ਜਾਂਦਾ ਹੈ। ਇਸ ਟਾਈਪ ਜਦੋਂ ਇਹ ਚੀਜ਼ ਆ ਜਾਂਦੀ ਹੈਗੀ ਤਾਂ ਜਿਹੜਾ LCR ਹੈ ਉਹ ਪਿਓਰਲੀ ਸਿਰਫ ਰੈਜ਼ਿਸਟਿਵ ਸਰਕਿਟ ਆਪਦੀ ਸਾਰੀਆਂ ਪ੍ਰੋਪਰਟੀਜ਼ ਬਿਹੇਵ ਕਰਦਾ। ਠੀਕ ਹੈ, ਇਹ ਟਾਈਮ ਤੇ ਮਿਨੀਮਮ ਵੈਲਿਊ ਆਫ ਇੰਪੀਡੈਂਸ ਹੋ ਜਾਂਦੀ ਹੈ। ਜਦੋਂ ਮਿਨੀਮਮ ਵੈਲਿਊ ਆਫ ਇੰਪੀਡੈਂਸ ਆਉਂਦੀ ਹੈ ਤਾਂ ਸਾਡੇ ਕੋਲੇ ਜਿਹੜਾ ਕਰੰਟ ਹੈ LCR ਸਰਕਿਟ ਵਿੱਚ ਉਹ ਮੈਕਸਿਮਮ ਹੋ ਜਾਂਦਾ ਹੈ। ਜਦੋਂ ਇਹ ਕੰਡੀਸ਼ਨ ਆ ਜਾਂਦੀ ਹੈਗੀ ਉਸ ਕੰਡੀਸ਼ਨ ਨੂੰ ਅਸੀਂ ਕਹਿੰਦੇ ਹਾਂ ਰੈਜ਼ੋਨੈਂਸ। ਠੀਕ ਹੈ, ਕੰਡੀਸ਼ਨ ਕਦੋਂ ਆਏਗੀ, ਜਦੋਂ ω_L ਇਜ਼ ਇਕੁਅਲ ਟੂ 1/ω_c। ਠੀਕ ਹੈ, ਇਸ ਕੰਡੀਸ਼ਨ ਨੂੰ ਅਸੀਂ ਕੀ ਕਹਿੰਦੇ ਹਾਂ, ਰੈਜ਼ੋਨੈਂਸ ਕੰਡੀਸ਼ਨ। ਠੀਕ, ਹੁਣ ਜਦੋਂ ਇਹ ਅਸੀਂ ਰੈਜ਼ੋਨੈਂਸ ਬਾਰੇ ਅਲੱਗ ਤੋਂ ਪੜ੍ਹਨਾ ਹੈ, ਠੀਕ ਹੈ, ਕਿਉਂਕਿ ਇਹ ਇੰਪੋਰਟੈਂਟ ਹੁੰਦੀ ਹੈ। ਤਾਂ ਸਾਡਾ ਨੈਕਸਟ ਟੌਪਿਕ ਹੈ ਰੈਜ਼ੋਨੈਂਸ ਇਨ LCR ਸੀਰੀਜ਼। ਕਿ ਇੰਡਕਟਰ, ਕਪੈਸਿਟਰ ਤੇ ਰੈਜ਼ਿਸਟਰ ਜਿਹੜੇ ਆ ਉਹ ਸੀਰੀਜ਼ ਵਿੱਚ ਲੱਗੇ ਹੋਏ ਆ ਤੇ ਉਹ ਰੈਜ਼ੋਨੈਂਸ ਕੰਡੀਸ਼ਨ ਕਦੋਂ ਅਟੇਨ ਕਰਦੇ ਆ। ਅਸੀਂ ਪਿੱਛੇ ਕਰੰਟ ਦੀ ਵੈਲਿਊ ਕੱਢੀ ਹੈ, ਕੀ ਹੁੰਦੀ ਹੈ E/Z। Z ਇੱਥੇ ਕੀ ਹੈ, √R² + ω_L - 1/ω_c ਦਾ ਹੋਲ ਸਕੁਆਇਰ। ਰੈਜ਼ੋਨੈਂਸ ਕਦੋਂ ਹੋਏਗੀ, ਜਦੋਂ ω_L ਇਜ਼ ਇਕੁਅਲ ਟੂ 1/ω_c। ਉਸ ਕੰਡੀਸ਼ਨ ਵਿੱਚ ਇੰਪੀਡੈਂਸ ਕਿੰਨੀ ਹੋ ਜਾਏਗੀ, R ਦੇ ਇਕੁਅਲ, ਤੇ ਫਾਈ ਐਂਗਲ ਕਿੰਨਾ ਹੋ ਜਾਏਗਾ, 0। ਠੀਕ, ਇਸ ਕੰਡੀਸ਼ਨ ਤੇ ਅਸੀਂ ਕਹਿੰਦੇ ਹੈਗੇ ਕਿ ਜਿਹੜਾ ਸਾਡਾ ω ਹੈ ਦੈਟ ਇਜ਼ ਇਕੁਅਲ ਟੂ ω0। ਠੀਕ, ਤਾਂ ਹੁਣ ਅਸੀਂ ਅੱਗੇ ਕੀ ਕਰਨਾ ਹੈਗਾ, ਇਹ ਪੁਆਇੰਟ ਨੋਟ ਕਰਨਾ ਹੈ। ਸੀਰੀਜ਼ LCR ਸਰਕਿਟ ਵਿਚ admits maximum current corresponds to a particular angular frequency ω0। ਜਿਹੜਾ ਇਹ ਕੰਡੀਸ਼ਨ ਫੋਲੋ ਹੋਏਗੀ ਇਹ ਇੱਕ ਪਰਟੀਕੂਲਰ ਐਂਗੂਲਰ ਫ੍ਰੀਕੁਐਂਸੀ ਤੇ ਹੀ ਹੋਏਗੀ, ਹੋਰ ਕਿਸੇ ਫ੍ਰੀਕੁਐਂਸੀ ਤੇ ਨਹੀਂ ਹੋਏਗੀ, ਇਹ ਮੈਚ ਨਹੀਂ ਕਰੇਗਾ। ਠੀਕ ਹੈ, ਉਸ ਟਾਈਮ ਤੇ ਜਿਹੜਾ ਇਹ ਸੀਰੀਜ਼ ਰੈਜ਼ੋਨੈਂਟ ਸਰਕਿਟ ਹੈ ਉਹ ਅਟੇਨ ਹੋ ਜਾਏਗਾ। ਠੀਕ ਹੈ, ਤੇ ਇਸ ਐਂਗੂਲਰ ਫ੍ਰੀਕੁਐਂਸੀ ω0 ਨੂੰ ਕੀ ਕਵਾਂਗੇ, ਰੈਜ਼ੋਨੈਂਟ ਐਂਗੂਲਰ ਫ੍ਰੀਕੁਐਂਸੀ। ਠੀਕ ਹੈ, ਹੁਣ ਅੱਗੇ ਆਂਦਾ ਹੈਗਾ ਕੁਝ ਪੁਆਇੰਟਸ ਜਿਹੜੇ ਅਸੀਂ ਮਤਲਬ ਆਪਦੇ ਧਿਆਨ 'ਚ ਰੱਖਣੇ ਹੈਗੇ ਫॉर ਮਲਟੀਪਲ ਚੋਇਸ ਕੁਐਸਚਨਸ। ਠੀਕ ਹੈ, ਰੈਜ਼ੋਨੈਂਸ ਕੰਡੀਸ਼ਨ ਵਿੱਚ ਕੀ ਹੋ ਰਿਹਾ, ω0L ਇਜ਼ ਇਕੁਅਲ ਟੂ 1/ω0c। ਠੀਕ ਹੈ, ਫਾਈ ਐਂਗਲ 0 ਹੋ ਰਿਹਾ। ਇੰਪੀਡੈਂਸ ਜਿਹੜਾ ਹੈ LCR ਸਰਕਿਟ ਦਾ ਉਹ ਕੀ ਬਣਦਾ, ਮਿਨੀਮਮ ਹੋ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਕੀ ਆਂਦਾ ਹੈਗਾ, ਜਿਹੜਾ ਕਰੰਟ ਹੈ ਇਸ ਸਰਕਿਟ ਵਿੱਚ ਉਹ ਮੈਕਸਿਮਮ ਵੈਲਿਊ ਅਟੇਨ ਕਰ ਜਾਂਦਾ ਹੈ। ਠੀਕ, ਜਿਹੜੀ ਇਹ ω0 ਦੀ ਵੈਲਿਊ ਹੈ ਉਹ ਅਸੀਂ ਕਿਵੇਂ ਫਾਈਂਡ ਕੀਤੀ ਹੈ ਬੇਟਾ, ਆਹ ਕਿਵੇਂ ਆਈ ਹੈਗੀ ਕਿ ω0L ਇਜ਼ ਇਕੁਅਲ ਟੂ 1/ω0c। ਇਹੀ ਆਇਆ ਸੀਗਾ ਰੈਜ਼ੋਨੈਂਸ ਦੀ ਕੰਡੀਸ਼ਨ। ਤਾਂ ਅਸੀਂ ਕੀ ਕੀਤਾ, ω0 ਨੂੰ ਦੂਸਰੀ ਸਾਈਡ ਲੈ ਗਏ, L ਨੂੰ ਇਸ ਸਾਈਡ ਲੈ ਆਏ, ਤਾਂ ਕੀ ਆ ਗਿਆ ਸਾਡੇ ਕੋਲੇ ω02 ਇਜ਼ ਇਕੁਅਲ ਟੂ 1/LC। ਤਾਂ ਇੱਥੋਂ ਕੀ ਆ ਗਿਆ, ਰੀਅਰੇਂਜ ਕਰਕੇ ω0 ਇਜ਼ ਇਕੁਅਲ ਟੂ √1/LC। ਠੀਕ ਹੈ, ਸਾਨੂੰ ਪਤਾ ਹੈ ω ਕੀ ਹੁੰਦਾ, 2πμ। ਠੀਕ ਹੈ, ਤਾਂ ਇੱਥੇ μ0 ਇਜ਼ ਇਕੁਅਲ ਟੂ ω0/2π, ਤਾਂ ਅਸੀਂ ਇੱਥੋਂ μ0 ਦੀ ਵੈਲਿਊ ਕੱਢ ਲਈ। ਇੱਕ ਚੀਜ਼ ਦੀ ਵੈਲਿਊ ਯਾਦ ਰੱਖਣੀ ਹੈਗੀ, ਇਹ ਆਈ ਕਿਵੇਂ, ਇਹ ਵੀ ਯਾਦ ਰੱਖਣਾ। ω0L ਇਜ਼ ਇਕੁਅਲ ਟੂ 1/ω0c। ਇਹ ਕੀ ਹੈ, ਇਹ ਰੈਜ਼ੋਨੈਂਟ ਕੰਡੀਸ਼ਨ ਹੈ, ਇਹ ਰੈਜ਼ੋਨੈਂਸ ਕੰਡੀਸ਼ਨ ਹੈ। ਠੀਕ ਹੈ ਜੀ, that is it for today's lecture। ਆਪਦੇ ਸਾਰੇ ਡਾਊਟਸ ਪਲੀਜ਼ ਕਮੈਂਟ ਸੈਕਸ਼ਨ ਵਿੱਚ ਲਿਖ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਡਾਊਟ ਕਲਾਸ ਵਿੱਚ ਜ਼ਰੂਰ ਡਿਸਕਸ ਕਰ ਲਈਏ। ਥੈਂਕ ਯੂ ਵੈਰੀ ਮੱਚ।